ਹੁਣ ਇਹ ਸਿੱਖਣਾ ਜ਼ਰੂਰੀ ਹੋ ਗਿਆ ਕਿ ਸਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸੀਂ ਜੋ ਕੁਝ ਵੀ ਅੱਜ ਹੈਂਗੇ ਉਹ ਸਾਡੇ ਪਿਛਲੇ ਕਰਮਾਂ ਦਾ ਫਲ ਹੈ। ਹੋਰ ਜੋ ਕੁਝ ਵੀ ਅਸੀਂ ਅੱਗੇ ਭਵਿੱਖ ਵਿੱਚ ਬਣਾਂਗੇ ਉਹ ਸਾਡੇ ਹੁਣ ਦੇ ਕਰਮਾਂ ਦਾ ਫਲ ਹੋਏਗਾ। ਜੀ ਹਾਂ, ਅਸੀਂ ਜ਼ਰੂਰ ਆਪਣੀ ਕਿਸਮਤ ਤੇ ਭਵਿੱਖ ਨੂੰ ਬਦਲ ਸਕਦੇ ਹਾਂ। ਮੈਂ ਪੁੰਨ ਤੇ ਪਾਪ ਕਰਮਾਂ ਦਾ ਫਲ ਸਮਝਾਉਣ ਤੋਂ ਪਹਿਲੇ ਇਸ ਸ੍ਰਿਸ਼ਟੀ ਦੀ ਰਚਨਾ, ਪ੍ਰਲਯ ਤੇ ਦੁਬਾਰਾ ਰਚਨਾ ਦੇ ਬਾਰੇ ਵਿੱਚ ਸਮਝਾਵਾਂਗਾ। ਅਸੀਂ ਇਸ ਧਰਤੀ ਮਾਂ ਦੇ ਉਹਨਾਂ ਸਾਰੇ ਛੁਪੇ ਹੋਏ ਰਹੱਸਿਆਂ ਨੂੰ ਸਮਝਾਵਾਂਗੇ ਜਿਨ੍ਹਾਂ ਨੂੰ ਮਾਂ ਤਬਦੀਲੀ ਤੋਂ ਪਹਿਲੇ ਇਸ ਬ੍ਰਹਮਾਂਡ ਦੀ ਸਭ ਤੋਂ ਜ਼ਿਆਦਾ ਪਾਵਨ ਆਤਮਾ ਦੁਆਰਾ ਦੱਸਿਆ ਗਿਆ ਹੈ। ਅਸੀਂ ਪਰਮਾਤਮਾ ਦੁਆਰਾ ਹੋਣ ਵਾਲੀ ਸਾਰੀ ਕੁਦਰਤੀ ਘਟਨਾਵਾਂ ਜਿਵੇਂ ਕਿ ਜਵਾਲਾਮੁਖੀ, ਭੂਚਾਲ, ਗੁਰੁਤਵਾਕਰਸ਼ਣ, ਗ੍ਰੈਵਿਟੀ, ਸੁਨਾਮੀ, ਮੌਤ, ਆਤਮਾ, ਕਰਮ, ਵਿਕਾਸ, ਅਵਤਾਰ ਤੇ ਵੈਕੁੰਠ ਦੇ ਸਾਰੇ ਰਹੱਸਿਆਂ ਨੂੰ ਪੇਸ਼ ਕਰਾਂਗੇ। ਮਹਾ ਤਬਦੀਲੀ ਦਾ ਇਹ ਵੇਲਾ ਸਾਰੇ ਨਕਲੀ ਮਤਾਂਤਰਾਂ, ਨਕਲੀ ਉਪਦੇਸ਼ ਦੇਣ ਵਾਲੇ ਤੇ ਨਕਲੀ ਪੰਥਾਂ ਦੇ ਵਿਨਾਸ਼ ਦਾ ਵੀ ਵੇਲਾ ਹੋਵੇਗਾ। ਨਾਲੇ ਕਰਮ ਤੇ ਦੁਬਾਰਾ ਜਨਮ ਦੇ ਅਟਲ ਸਨਾਤਨ ਦੇ ਸੱਚ ਨੂੰ ਸਵੀਕਾਰ ਕਰਨ ਦਾ ਵੇਲਾ ਹੋਵੇਗਾ। ਮਹਾ ਤਬਦੀਲੀ ਦਾ ਇਹ ਵੇਲਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਵੀ ਵੇਲਾ ਹੋਵੇਗਾ, ਜਿਸ ਵਿੱਚ ਕੇਵਲ ਚੰਗੇ ਬੰਦੇ ਹੀ ਇੱਕ ਦੇਵਤਾ ਰੂਪ ਸੁਖੀ ਜੀਵਨ ਦਾ ਵਰਦਾਨ ਪ੍ਰਾਪਤ ਕਰ ਪਾਵੇਂਗੇ। ਸਾਰੇ ਲੋਕਾਂ ਲਈ ਇਹੋ ਹੀ ਅੰਤਮ ਮੌਕਾ ਹੋਵੇਗਾ। ਕ੍ਰੋਧ, ਮਹਾਲੋਭ ਅਤੇ ਮੂਰਖ ਪੰਥਾਂ ਨੂੰ ਤਿਆਗਣ, ਸੱਚ ਨੂੰ ਸਵੀਕਾਰ ਕਰਨ ਅਤੇ ਚੰਗੇ ਕਰਮਾਂ ਨੂੰ ਕਮਾਉਣ ਦਾ ਅਸੀਂ ਸਾਰੇ ਪ੍ਰਮਾਣ ਦੇਵਾਂਗੇ ਤਾਂ ਕਿ ਹਰ ਇਨਸਾਨ ਸਮਝ ਸਕੇ ਕਿ ਹੁਣ ਇੱਕ ਧਰਤੀ ਦੇ ਕੇਵਲ ਇੱਕੋ ਹੀ ਭਗਵਾਨ ਅਤੇ ਇੱਕੋ ਹੀ ਧਰਮ ਅਰਥਾਤ ਮਨੁੱਖਤਾ ਵਾਲੇ ਸੱਚੇ ਧਰਮ ਨੂੰ, ਸਨਾਤਨ ਧਰਮ ਨੂੰ ਅਪਣਾਉਣ ਦਾ ਵੇਲਾ ਆ ਗਿਆ ਹੈ। ਸਭ ਤੋਂ ਪਹਿਲੇ ਅਸੀਂ ਦੱਸਾਂਗੇ ਕਿ ਅਸੀਂ ਆਏ ਕਿੱਥੋਂ ਤੇ ਜਾਵਾਂਗੇ ਕਿੱਥੇ। ਇਹਦਾ ਜਵਾਬ ਸਮਝਣਾ ਬਹੁਤ ਹੀ ਆਸਾਨ ਹੈ, ਸਿੱਧਾ ਹੈ। ਅਸੀਂ ਆਏ ਸੂਰਜ ਵੱਲੋਂ ਤੇ ਵਾਪਸ ਜਾਵਾਂਗੇ ਸੂਰਜ ਵਿੱਚ। ਚਿਰ ਸਮਾਂ ਪਹਿਲੇ ਅਸੀਂ ਸੂਰਜ ਦੇ ਅੰਦਰ ਸ਼ੁਰੂਆਤ ਦੀ ਸਟੇਜ ਅਰਥਾਤ ਇੱਕ ਕੈਮੀਕਲ ਦੇ ਆਕਾਰ ਵਿੱਚ ਸੀਗੇ। ਸਾਰੇ ਗ੍ਰਹਿ ਜਿਵੇਂ ਕਿ ਮੰਗਲ, ਬ੍ਰਹਸਪਤੀ, ਧਰਤੀ ਆਦਿ, ਇਹ ਸਾਰੇ ਪੇੜ ਪੌਦੇ, ਜਾਨਵਰ, ਪੱਥਰ, ਪੰਛੀ, ਅਸੀਂ, ਤੁਸੀਂ ਇੱਕ ਕੈਮੀਕਲ ਦੇ ਆਕਾਰ ਵਿੱਚ ਸੀਗੇ। ਉਦੋਂ ਸੂਰਜ ਦੀ ਪਰਿਕਰਮਾ ਕਰਨ ਵਾਲਾ ਕੋਈ ਵੀ ਗ੍ਰਹਿ ਨਹੀਂ ਬਚਿਆ ਸੀ। ਇੱਕੋ ਸੂਰਜ ਹੀ ਸੌਰ ਮੰਡਲ ਵਿੱਚ ਇਕਲੌਤਾ ਪਿੰਡ ਬਚਿਆ ਸੀ। ਤਦੋਂ ਫਿਰ ਸ੍ਰਿਸ਼ਟੀ ਦਾ ਚੱਕਰ ਸ਼ੁਰੂ ਹੋਇਆ। ਫਿਰ ਉਸ ਸੂਰਜ ਦੇ ਵਿੱਚ ਬਹੁਤ ਵੱਡਾ ਵਿਸਫੋਟ ਹੋਇਆ, ਜਿਹਨੂੰ ਸੁਪਰਨੋਵਾ ਦੇ ਨਾਮ ਨਾਲ ਵੀ ਦੱਸਿਆ ਜਾਂਦਾ ਹੈ। ਉਸ ਮਹਾ ਵਿਸਫੋਟ ਦੇ ਨਾਲ ਪੱਥਰ, ਧੂਲ, ਮਿੱਟੀ, ਗੈਸ ਹੋਰ ਬਾਕੀ ਕਣ ਅਸਮਾਨ ਦੇ ਵਿੱਚ ਕਰੋੜਾਂ ਮੀਲ ਦੀ ਦੂਰੀ ਵਿੱਚ ਚਲੇ ਗਏ। ਇਸ ਸੁਪਰਨੋਵਾ ਨੂੰ ਬਿਗ ਬੈਂਗ ਵੀ ਕਹਿੰਦੇ ਨੇ। ਫਿਰ ਛਟਕੇ ਹੋਏ ਕਣ ਆਪਸ ਵਿੱਚ ਇਕੱਠੇ ਹੋ ਕੇ ਕੋਰ ਦੇ ਰੂਪ ਵਿੱਚ ਬਦਲ ਗਏ। ਇਹ ਸ਼ਕਤੀਸ਼ਾਲੀ ਕੋਰ, ਇਹ ਪਿੰਡ ਹੌਲੇ-ਹੌਲੇ ਅਸਮਾਨ ਤੇ ਦੂਸਰੇ ਕਣਾਂ ਨੂੰ ਆਪਣੀ ਤਰਫ ਖਿੱਚਦੇ ਰਹੇ। ਇਸ ਤਰ੍ਹਾਂ ਉਹ ਸ਼ੁਰੂਆਤੀ ਗਰਭ ਦੇ ਪਿੰਡ ਬਣੇ। ਫਿਰ ਇਸ ਤਰ੍ਹਾਂ ਵੱਧਦੇ ਉਹ ਪੂਰੇ ਗ੍ਰਹਿ ਬਣ ਗਏ।
ਜਿਵੇਂ ਜਿਵੇਂ ਧਰਤੀ ਸੂਰਜ ਦੇ ਕੋਲ ਆਂਦੀ ਗਈ, ਇਹਦੇ ਵਿੱਚ ਵਸਣ ਵਾਲੇ ਜੀਵ ਸੂਰਜ ਦੇ ਕੋਲ ਹੀ ਪਹਿਲਾਂ ਤੋਂ ਹੀ ਮੌਜੂਦ ਜੀਵਾਂ ਦਾ ਸਰੀਰ ਪਾਉਂਦੇ ਤੇ ਵਿਕਸਿਤ ਹੁੰਦੇ ਹੁੰਦੇ ਸੂਰਜ ਤੋਂ 9 ਕਰੋੜ 30 ਲੱਖ ਮੀਲ ਦੀ ਦੂਰੀ ਉੱਤੇ ਪਹੁੰਚੇ ਅਤੇ ਇਸ ਧਰਤੀ ਦਾ ਅੱਜ ਦਾ ਜੀਵ ਜਗਤ ਬਣਿਆ। ਮਨੁੱਖਾਂ ਦਾ ਇੱਕ ਯੁੱਗ ਖਤਮ ਹੋਣ ਦੇ ਵੇਲੇ ਇੱਕ ਮਹਾਨ ਆਤਮਾ ਇਸ ਧਰਤੀ ਤੇ ਆਂਦੀ ਹੈ। ਜਦ ਇਸ ਧਰਤੀ ਤੇ ਨਕਲੀ ਭਗਵਾਨ, ਨਕਲੀ ਗੁਰੂਆਂ ਤੇ ਨਕਲੀ ਪੰਥਾਂ, ਹਜ਼ਾਰੋਂ ਕਮੰਡੀ ਪੈਸਾ ਕਮਾਓ ਵਪਾਰੀ ਬੁੱਧੀ ਦੇ ਲੀਡਰ ਅਣਗਿਣਤ ਅਨੁਯਾਈਆਂ ਨੂੰ ਵੈਕੁੰਠ ਲੈ ਜਾਣ ਦਾ ਵਾਅਦਾ ਕਰ ਚੁੱਕੇ ਹੁੰਦੇ ਨੇ, ਜਦ ਕਿ ਉਹਨਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਵੈਕੁੰਠ ਹੈ ਤੇ ਹੈ ਕਿੱਥੇ। ਜਦੋਂ ਅਧਰਮ, ਅਗਿਆਨ, ਮਹਾਲੋਭ ਆਪਣੀ ਚਰਮ ਸੀਮਾ ਤੇ ਪਹੁੰਚ ਜਾਂਦੇ ਨੇ ਤੇ ਮਨੁੱਖ ਇੰਨਾ ਵਿਕਸਿਤ ਹੋ ਜਾਂਦਾ ਹੈ ਕਿ ਉਹ ਇਸ ਬ੍ਰਹਮਾਂਡ ਨੂੰ ਸਮਝਣ ਲੱਗ ਜਾਂਦਾ ਹੈ ਤੇ ਡਾਵਾਂਡੋਲ ਸਥਿਤੀ ਵਾਲੀ ਇਸ ਧਰਤੀ ਨੂੰ ਛੱਡ ਕੇ ਅੰਤਰਿਕਸ਼ ਯਾਨ ਦੁਆਰਾ ਅੰਤਰਿਕਸ਼ ਵਿੱਚ ਜਾਣ ਦਾ ਘੋਰ ਅਪਰਾਧ ਕਰ ਸਕਦਾ ਹੈ। ਸਾਇੰਸ ਵਾਲੇ ਇਸ ਵੇਲੇ ਦੀ ਤੁਲਨਾ ਭਗਵਾਨ ਕ੍ਰਿਸ਼ਨ, ਜੀਸਸ ਆਦਿ ਦੇ ਅਵਤਰਿਤ ਹੋਣ ਦੇ ਨਾਲ ਕਰ ਸਕਦੇ ਹਾਂ। ਤਦ ਸਰਬ ਸ਼ਕਤੀਮਾਨ ਬ੍ਰਹਮਾਂਡ ਕੇਵਲ ਇੱਕੋ ਸੱਚੇ ਮਹਾਤਮਾ ਨੂੰ ਪ੍ਰਗਟ ਕਰਦੇ ਹਨ। ਉਸ ਵੇਲੇ ਵੈਕੁੰਠ ਲੋਕ ਦੀ ਸਭ ਤੋਂ ਜ਼ਿਆਦਾ ਪਾਵਨ ਆਤਮਾ ਆਕਾਸ਼ਯਾਨ ਦੇ ਜ਼ਰੀਏ ਇਸ ਧਰਤੀ ਤੇ ਉਤਰਦੀ ਹੈ। ਉਸ ਦਾ ਪਾਵਨ ਸਰੀਰ ਧਰਤੀ ਵਿੱਚ ਜਿੰਦਾ ਨਹੀਂ ਰਹਿ ਸਕਦਾ ਤੇ ਜਲਦੀ ਹੀ ਮਰ ਜਾਂਦਾ ਹੈ, ਲੇਕਿਨ ਉਹਦੀ ਆਤਮਾ ਪਰਮਾਤਮਾ ਸੂਰਜ ਦੇਵ ਦੀ ਗ੍ਰੈਵਿਟੀ ਦੇ ਨਾਲ ਸੂਰਜ ਦੇਵਤਾ ਦੀ ਤਰਫ ਨੂੰ ਖਿੱਚਦੀ ਚਲੀ ਜਾਂਦੀ ਹੈ। ਉਸ ਵਕਤ ਇਹ ਸ਼ਕਤੀਸ਼ਾਲੀ ਸੂਰਜ ਦੇਵ ਇਹ ਨਿਸ਼ਚੈ ਕਰਦਾ ਹੈ ਕਿ ਉਸ ਪਾਵਨ ਆਤਮਾ ਨੂੰ ਕਿਹੜੀ ਇਸਤਰੀ ਦੇ ਗਰਭ ਵਿੱਚ ਸਥਾਪਿਤ ਕਰਨਾ ਚਾਹੀਦਾ। 9 ਮਹੀਨੇ ਦੇ ਬਾਅਦ ਉਹ ਪਵਿੱਤਰ ਆਤਮਾ ਮਨੁੱਖ ਸਰੀਰ ਵਿੱਚ ਇੱਕ ਅਵਤਾਰ ਬਣ ਕੇ ਜਨਮ ਲੈਂਦੀ ਹੈ, ਜਿਹਦਾ ਸਰੀਰ ਤੇ ਸਾਰੇ ਇਨਸਾਨਾਂ ਵਰਗਾ ਹੀ ਹੁੰਦਾ ਹੈ, ਪਰ ਮਨ ਭਗਵਾਨ ਦਾ ਹੁੰਦਾ ਹੈ। ਸਤ ਹੈ ਗਿਆਨ ਦਾ ਭੰਡਾਰ, ਲੇਕਿਨ ਬਹੁਤ ਹੀ ਤਣਾਅ ਪੀੜਿਤ ਹੁੰਦਾ ਹੈ, ਕਿਉਂਕਿ ਧਰਤੀ ਦੇ ਮਨੁੱਖ ਉਹਨੂੰ ਪਹਿਚਾਨ ਨਹੀਂ ਸਕਦੇ। ਉਹਦਾ ਸ਼ਕਤੀਸ਼ਾਲੀ ਗਿਆਨ ਦੁਨੀਆ ਦੇ ਸਾਰੇ ਝੂਠੇ ਬਵੰਡਰਾਂ ਦੇ ਸਫਾਇਆ ਕਰਨ ਵਿੱਚ ਸਮਰੱਥ ਅਤੇ ਜ਼ਿਆਦਾਤਰ ਭਗਵਾਨ ਲੀਡਰ ਇਹ ਸਮਝਣ ਲੱਗਦੇ ਨੇ ਕਿ ਉਹ ਉਹਨਾਂ ਦੇ ਧੰਦੇ, ਪ੍ਰਸਿੱਧੀ, ਧਰਮਾਂ, ਪੰਥਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਹੈ। ਇਸ ਲਈ ਉਹ ਮਹਾਤਮਾ ਨਾਲ ਦੁਸ਼ਮਣੀ ਵਾਲਾ ਵਰਤਾਵ ਕਰਦੇ ਨੇ, ਜਦੋਂ ਕਿ ਮਹਾਤਮਾ ਦਾ ਸਿੱਧਾ ਸੰਦੇਸ਼ ਹੁੰਦਾ ਹੈ ਕਿ ਪਾਪ ਵਾਲੇ ਸਾਇੰਸ ਦੇ ਰਸਤੇ ਨਾ ਚੱਲੋ, ਬਲਕਿ ਕੁਦਰਤ ਦੇ ਨਿਯਮਾਂ ਤੇ ਚੱਲੋ। ਮੌਤ ਤੋਂ ਬਚਣ ਲਈ ਐਡਵਾਂਸ ਵੈਗਿਆਨਿਕ ਅੰਤਰਿਕਸ਼ ਯਾਨ ਦੁਆਰਾ ਅੰਤਰਿਕਸ਼ ਵਿੱਚ न ਚਲੇ ਜਾਣਾ। ਮੌਤ ਪ੍ਰਕਿਰਤੀ ਮਾਂ ਦਾ ਵਿਧਾਨ ਹੈ। ਜੇ ਤੁਸੀਂ ਧਰਤੀ ਤੇ ਮੌਤ ਨੂੰ ਅਪਣਾਓਗੇ ਤਾਂ ਹੀ ਵੈਕੁੰਠ ਵਿੱਚ ਇੱਕ ਦਿਵਯ ਸਰੀਰ ਪਾਓਗੇ। ਸੱਚੇ ਲੋਕ ਜੋ ਸੱਚ ਨੂੰ ਸਮਝ ਜਾਣਗੇ, ਚੰਗੇ ਕਰਮ ਕਰਨਗੇ, ਕੁਦਰਤ ਦੇ ਨਿਯਮਾਂ ਦਾ ਪਾਲਨ ਕਰਨਗੇ, ਉਹ ਹੀ ਇਸ ਇਮਤਿਹਾਨ ਵਿੱਚ ਪਾਸ ਹੋਣਗੇ। ਉਹ ਸੁਰੱਖਿਅਤ ਹੋ ਜਾਣਗੇ, ਉਹਨਾਂ ਦੀ ਰੱਖਿਆ ਹੋ ਜਾਵੇਗੀ ਤੇ ਧਰਤੀ ਮਾਂ ਨਾਲ ਵੈਕੁੰਠ ਵਿੱਚ ਚਲੇ ਜਾਣਗੇ। ਇਸ ਤਰ੍ਹਾਂ ਵੈਕੁੰਠ ਲੋਕ ਦੀ
पावन आत्मा धरती ते अवतरित होके प्रकृति दा विधान समझाते ने। उन्होंने ही सानू वैकुंठ, धरती माँ, दोबारा जन्म ते सूरज देव कोर दे रहस्यां नू दस्या है। नाल ही यह भी दस्या है कि इस वेले सानू की करना चाहिए। हुण असी आप जी नू महात्मा दे दिव्य ज्ञान दे बारे दसांगे। खब्बे पासे घूमन वाली धरती माँ दे केंद्र विच ए परमात्मा सूरज देव सीधे पासे घूम रहा है। इस विपरीत चक्कर, विपरीत घुमाव दे करके रगड़ हुंदी है ते रगड़ नाल गर्मी पैदा हुंदी है। उस गर्मी दी वजह नाल कण वड्डी तेजी नाल चलन लगदे हन ते उन्हां दे आपस दे टकराव दे नाल एनर्जी पैदा हुंदी है। ओह एनर्जी जीवन है जो असानू जिंदा रखती है। धरती दे तेज घुमाव नाल परमात्मा सूरज देव तो ए एनर्जी बाहर नो निकल के जदों धरती दी सतह तक आंदी है ते मौसम विच गर्मी पैदा हुंदी है, जिदे नाल जीव जंतु जिंदा रहंदे ने। ते इन्हां दे नाल ए साडियां पंज तन मात्रा रूप, स्वाद, गंध, शब्द, स्पर्श ते साडे मन, मस्तिष्क ते जातगार भी संचालित रहंदे ने। एहो एनर्जी शक्ति जीव आत्मा नू मां ते पिता दे 23 क्रोमोसोम्स तो बने हुए जीव कोश विच स्थापित कर देंदी है। फिर उस सेल नू करोड़ा करोड़ा सेलों विच बदल करके एक बच्चे दा रूप देंदी है। बच्चे नू बड़ा करके जवान तो बुढ़ा कर दी है। फिर जदों कमजोर बुढ़ा शरीर उस आत्मा दे रहन जोगा नहीं रह जाता है ते उथों आत्मा नू कढ़ के जिंदगी ते कीते हुए कर्मां दे हिसाब नाल एक दूजी कोख विच पा देंदी है। जीवन दाता भगवान परमात्मा सूरज देव तो पैदा हुई एहो एनर्जी एक बीज विच प्रवेश होके फल फूल वाले पेड़ पौधियां दा रूप दे के ऐस संसार नू खूबसूरत बनांदी है। ऐसे एनर्जी नाल हवा विच गति ते अग्नि विच गर्मी ते बाकी सारे कुदरती कम होंदे ने। सूरज देव दी एहो एनर्जी दे नाल ही मशीन, फैक्ट्रियां, बल्ब, कंप्यूटर, पंखे, सैटेलाइट ते टीवी वगैरह चलदे ने। एहो एनर्जी तो ही दिल दी धड़कन, दिमाग ते नाड़ियां विच स्पंदन होंदा है। ऐदे नाल ही तूफान, बदल, बिजली, जल भंवर आदि बनदे ने। सूरज उदय, सूर्यास्त, ऋतु, जन्म, मौत ते क्रम विकास भी ऐदे बिना मुमकिन नहीं। परमात्मा सूरज देव ते धरती माँ दे द्वारा पैदा की हुई ऐस एनर्जी बारे विच ब्रह्मांड दी सब तो जियादा पावन आत्मा ही दस सकती है, होर कोई नहीं। ऐ जीवन दाता परमात्मा सूरज देव, ऐ परमात्मा सज्जे पासे घूम रहा है। ऐस करके जीवन शक्ति परमात्मा सूरज देव तो बाहर यानी सज्जे पासे तो घुमाव लेके निकल रही है। ऐ सारी कुदरती चीज़ां विच घुमाव वाले चक्करां दे निशान बना देंदी है। ऐथों तक कि जल भंवर, वायु भंवर ते धरती विच सारिया चक्कर दे आकारां दा इहो ही रहस्य है। ऐ सारे जीव जंतुआं दे कर्म कोश DNA विच प्रवेश हो के
ਖੱਬੇ ਪਾਸੇ ਘੁੰਮਣ ਵਾਲੀ ਧਰਤੀ ਦੇ ਵਿਪਰੀਤ ਉਹਨਾਂ ਨੂੰ ਸਕਰੂ ਦੀ ਤਰ੍ਹਾਂ ਸੱਜੇ ਪਾਸੇ ਕੱਸ ਕੇ ਰੱਖਦੀ ਹੈ। ਇਸ ਤਰ੍ਹਾਂ ਸਾਰੇ ਜੀਵਾਂ ਦੇ ਸਰੀਰਾਂ ਨੂੰ ਬਹੁਤ ਤੇਜ਼ ਨਾਲ ਘੁੰਮਣ ਵਾਲੀ ਧਰਤੀ ਨਾਲ ਚਿਪਕਾਏ ਰੱਖਦੀ ਹੈ। ਇਹੋ ਵਜ੍ਹਾ ਹੈ ਕਿ ਸਾਡੇ ਸਰੀਰ ਅੰਤਰਿਕਸ਼ ਵਿੱਚ ਛਟਕ ਜਾਣ ਦੇ ਬਜਾਏ ਇਸ ਧਰਤੀ ਨਾਲ ਚਿਪਕੇ ਰਹਿੰਦੇ ਨੇ। ਇਹੋ એનર્ਜੀ ਸਾਡੇ ਰੰਗ ਸੂਤਰ DNA ਵਿੱਚ ਜਾ ਕੇ ਉਹਨਾਂ ਨੂੰ ਸੂਰਜ ਦੇਵ ਦੀ ਤਰਫ ਖਿੱਚ ਕੇ ਰੱਖਦੀ ਹੈ, ਜਿਹਦੇ ਕਰਕੇ ਹੀ ਗੁਰੂਤਵਾਕਰਸ਼ਣ ਗ੍ਰੈਵਿਟੀ ਤੇ ਭਾਰ ਬਣਦਾ ਹੈ। ਜਦੋਂ ਅਸੀਂ ਜਾਗੇ ਹੁੰਦੇ ਹਾਂ ਸਾਡੇ DNA ਵਿੱਚ ਹੋਰ ਜ਼ਿਆਦਾ ਖਿਚਾਵ ਪੈਦਾ ਹੁੰਦਾ ਹੈ। ਇਸ ਲਈ ਜਾਗਦੇ ਵਕਤ ਬੰਦੇ ਦਾ ਵਜ਼ਨ ਲਗਭਗ 2 ਔਂਸ ਵੱਧ ਜਾਂਦਾ ਹੈ ਤੇ ਲੰਬਾਈ 2 ਇੰਚ ਘਟ ਜਾਂਦੀ ਹੈ। ਭਗਵਾਨ ਸੂਰਜ ਦੇਵ ਦੇ ਨਾਲ ਸਾਡੇ ਇਸ ਰਿਸ਼ਤੇ ਵਾਲੇ ਰਹੱਸ ਨੂੰ ਕੋਈ ਵੀ ਬੰਦਾ ਨਹੀਂ ਦੱਸ ਸਕਦਾ। ਸਿਰਫ ਇੱਕਮਾਤਰ ਬ੍ਰਹਮਾਂਡ ਦੀ ਸਭ ਤੋਂ ਜ਼ਿਆਦਾ ਬੁੱਧੀਮਾਨ ਆਤਮਾ ਜਿਹਨੂੰ ਸੂਰਜ ਦੇਵ, ਅਵਤਾਰ, ਕ੍ਰਾਈਸਟ, ਭਗਵਾਨ ਜਾਂ ਮਨੁੱਖ ਸਰੀਰ ਵਿੱਚ ਭਗਵਾਨ ਦੇ ਨਾਮ ਨਾਲ, ਮਹਾਤਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹੀ ਦੱਸ ਸਕਦਾ ਹੈ, ਹੋਰ ਕੋਈ ਨਹੀਂ। ਹੁਣ ਅਸੀਂ ਆਪ ਜੀ ਨੂੰ ਮਹਾਤਮਾ ਦੇ ਮਨੁੱਖ ਸਰੀਰ ਵਿੱਚ ਵਿਦਿਆਮਾਨ ਹੋਣ ਦੇ ਪ੍ਰਮਾਣ ਦਿੰਦੇ ਹਾਂ। ਅਸਲ ਵਿੱਚ ਇਹ ਜੀਵਨ ਦਾਤਾ ਪਰਮਾਤਮਾ ਇੱਕ ਬੱਚਾ ਚੰਦਰਮਾ ਹੈ ਜੋ ਕਿ ਧਰਤੀ ਮਾਂ ਦੇ ਕੋਖ ਵਿੱਚ ਲਾਵੇ ਨਾਲ ਲਿਪਟਿਆ ਹੋਇਆ ਹੈ। ਇਹ ਲਾਵਾ ਵੱਧਦਾ ਹੀ ਰਹਿੰਦਾ ਹੈ ਕਿਉਂਕਿ ਧਰਤੀ ਦੇ ਤੇਜ਼ ਘੁਮਾਵ ਨਾਲ ਅੰਦਰ ਦੇ ਭਾਰੀ ਕਣ ਹੇਠਾਂ ਨੂੰ ਜਾਂਦੇ ਰਹਿੰਦੇ ਨੇ। ਇਹਨਾਂ ਦੋਨੋਂ ਪਿੰਡਾਂ ਦੇ ਵਿੱਚ ਜਾ ਕੇ ਰਗੜ ਦੇ ਨਾਲ ਪਿਸ ਕੇ ਲਾਵਾ ਬਣਦਾ ਰਹਿੰਦਾ ਹੈ। ਜਦੋਂ ਲਾਵੇ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਅੰਦਰ ਤੋਂ ਪਤਲਾ ਸੁਰਾਗ ਪਾ ਕੇ ਬਾਹਰ ਨਿਕਲ ਕੇ ਸਤਹ ਤੇ ਆਂਦੇ ਹੀ ਵਿਸ਼ਾਲ ਜਵਾਲਾਮੁਖੀ ਬਣਦਾ ਹੈ। ਬਹੁਤ ਸਮਾਂ ਪਹਿਲੇ ਸਾਡਾ ਚੰਨ ਵੀ ਸ਼ੁੱਕਰ ਗ੍ਰਹਿ ਦੀ ਕੋਖ ਵਿੱਚ ਲਾਵੇ ਨਾਲ ਲਿਪਟਿਆ ਹੋਇਆ ਇੱਕ ਪਰਮਾਤਮਾ ਕੋਰ ਸੀ, ਜਿਸ ਰਾਹੀਂ ਇਹ ਬਾਹਰ ਨਿਕਲ ਕੇ ਠੰਡੇ ਅਸਮਾਨ ਵਿੱਚ ਗਿਆ ਤੇ ਉਬਲਦਾ ਲਾਵਾ ਇੱਕਦਮ ਜੰਮ ਗਿਆ। ਉਬਲਦੇ ਬੁਲਬੁਲੇ ਕ੍ਰੇਟਰ ਦੇ ਰੂਪ ਵਿੱਚ ਤਬਦੀਲ ਹੋ ਗਏ। ਇਸ ਵਾਸਤੇ ਚੰਦਰਮਾ ਦੀ ਸਤਹ ਵਿੱਚ ਕ੍ਰੇਟਰ ਹੈ ਤਥਾ ਨਾਲ ਹੀ ਚੰਦਰਮਾ ਦੀ ਮਿੱਟੀ ਅਤੇ ਲਾਵਾ ਪਾਊਡਰ ਦੋਨੋਂ ਇੱਕੋ ਹੀ ਚੀਜ਼ ਹੈ। ਬੁੱਧ ਵੀ ਇੱਕ ਪੁਰਾਣਾ ਚੰਨ ਹੈ। ਇਹੋ ਕਾਰਨ ਹੈ ਕਿ ਬੁੱਧ ਲਾਵਾ ਤੇ ਚੰਦਰਮਾ ਦਾ ਘਨत्व, ਡੈਂਸਿਟੀ, ਰੂਪ ਤੇ ਸਾਰੇ ਤੱਤ ਬਿਲਕੁਲ ਇੱਕੋ ਹੀ ਤਰ੍ਹਾਂ ਦੇ ਨੇ। ਚੰਦਰਮਾ, ਲਾਵਾ, ਬੁੱਧ, ਜਵਾਲਾਮੁਖੀ ਤੇ ਕ੍ਰੇਟਰ ਇਹ ਸਾਰੇ ਪ੍ਰਮਾਣ ਇਸ ਯੁੱਗ ਦੀ ਸਮਾਪਤੀ ਦੇ ਤੇ ਨਏ ਯੁੱਗ ਦੀ ਸ਼ੁਰੂਆਤ ਦੇ ਪ੍ਰਮਾਣ ਹਨ। ਹੁਣ ਇਹ ਭਗਵਾਨ ਸੂਰਜ ਦੇਵ ਧਰਤੀ ਮਾਂ ਦੀ ਕੋਖ ਵਿੱਚੋਂ ਨਿਕਲ ਕੇ ਠੰਡੇ ਅਸਮਾਨ ਵਿੱਚ ਜਾਣ ਲਈ ਤਿਆਰ ਹੈ। ਹੁਣ ਜਦੋਂ ਵੇਲਾ ਆਵੇਗਾ ਧਰਤੀ ਮਾਂ ਇੱਕ ਗੰਧ ਰਹਿਤ ਗੈਸ ਛੱਡ ਕੇ ਸਾਰਿਆਂ ਨੂੰ ਬੇਹੋਸ਼ ਕਰ ਦੇਵੇਗੀ ਅਤੇ ਉਸ ਦੇ ਨਾਲ ਹੀ ਸਾਰਿਆਂ ਦੇ ਕਰਮਾਂ ਦਾ ਹਿਸਾਬ ਕਿਤਾਬ ਹੋਵੇਗਾ। ਉਸ ਵਕਤ ਬੁੱਧ ਤੇ ਸ਼ੁਕਰ ਦੋਨੋਂ ਹੀ ਸੂਰਜ ਵਿੱਚ ਸਮਾ ਜਾਣਗੇ ਤੇ ਉਹਨਾਂ ਦੀ ਜਗ੍ਹਾ ਕ੍ਰਮ ਵਿੱਚ ਚੰਦਰਮਾ ਤੇ ਧਰਤੀ ਮਾਂ ਜਾਏਗੀ। ਧਰਤੀ ਮਾਂ ਜਿਵੇਂ ਉਸ ਜਗ੍ਹਾ ਤੇ ਜਾਏਗੀ ਤੇ ਨया ਵੈਕੁੰਠ ਬਣੇਗੀ। ਹੋਰ ਸੱਚਾ ਭਗਵਾਨ ਉਸ ਵੈਕੁੰਠ ਦੇ ਰਾਜਾ ਬਣਨਗੇ।
ਜਦੋਂ ਧਰਤੀ ਮਾਂ ਵੈਕੁੰਠ ਦੀ ਜਗ੍ਹਾ ਤੇ ਜਾਏਗੀ ਤੇ ਸਾਰੀਆਂ ਪੁੰਨ ਆਤਮਾਵਾਂ ਉਸ ਦੇ ਨਾਲ ਜਾ ਕੇ ਵੈਕੁੰਠ ਦੇ ਵਿੱਚ ਦਿਵਯ ਸ਼ਰੀਰਾਂ ਨੂੰ ਪ੍ਰਾਪਤ ਕਰਨਗੀਆਂ। ਸਾਰੀਆਂ ਫੇਲ ਆਤਮਾਵਾਂ ਪਿੱਛੇ ਹੀ ਰਹਿ ਜਾਣਗੀਆਂ ਤੇ ਮੰਗਲ ਗ੍ਰਹਿ ਦਾ ਉਸ ਜਗ੍ਹਾ ਤੇ ਆਉਣ ਦਾ ਇੰਤਜ਼ਾਰ ਕਰਨਗੀਆਂ। ਜਦੋਂ ਮੰਗਲ ਗ੍ਰਹਿ ਉੱਥੇ ਪਹੁੰਚੇਗਾ ਤੇ ਇੱਕ ਨਵੀਂ ਪ੍ਰithvi, ਇੱਕ ਨਵੀਂ ਧਰਤੀ ਬਣੇਗੀ। ਸਾਰੀਆਂ ਪਿੱਛੇ ਰਹਿ ਗਈਆਂ ਫੇਲ ਆਤਮਾਵਾਂ ਉਸ ਨਵੀਂ ਧਰਤੀ ਤੇ ਜਨਮ ਲੈਣਗੀਆਂ। ਬਾਕੀ ਸਾਰੇ ਗ੍ਰਹਿ ਇੱਕ ਇੱਕ ਗ੍ਰਹਿ ਪਥ ਅੰਦਰ ਸੂਰਜ ਦੀ ਤਰਫ ਜਾਣਗੇ। ਨਾਲ ਹੀ ਉਹਦੇ ਵਿੱਚ ਰਹਿਣ ਵਾਲੇ ਜੀਵ ਕ੍ਰਮ ਵਿਕਾਸ ਦੀ ਅਗਲੀ ਸੀੜੀ ਵਿੱਚ ਪਹੁੰਚਣਗੇ। ਮੰਗਲ ਗ੍ਰਹਿ ਪ੍ਰithvi ਦੀ ਥਾਂ ਤੇ ਆਏਗਾ ਤੇ ਇੱਕ ਨਈ ਪ੍ਰithvi ਬਣੇਗੀ। ਉਸ ਨਵੇਂ ਪ੍ਰithvi ਦੇ ਲੋਕ ਸਾਡੀ ਨਵੀਂ ਪੀੜ੍ਹੀ ਹੋਣਗੇ। ਉਹ ਲੋਕ ਮਾਨਵ ਵਿਕਾਸ ਦੀ ਸ਼ੁਰੂਆਤ ਲਗਭਗ ਸ਼ੂਨਯ ਤੋਂ ਕਰਨਗੇ। ਨਾਲੇ ਸੱਚੇ ਭਗਵਾਨ ਦੀ ਖੋਜ ਵਿੱਚ ਦਰਜਨਾਂ ਨਵੇਂ ਧਰਮ, ਮਤ, ਪੰਥ ਤੇ ਫਿਲਾਸਫੀਆਂ ਨੂੰ ਬਣਾਉਣਗੇ। ਹਾਲਾਂਕਿ ਮਾਨਵਤਾ ਨੂੰ ਸਿਖਾਉਣ ਵਾਲੇ ਕੁਝ ਮਹਾਨ ਸੰਤ ਲੋਕ ਵੀ ਜਨਮ ਲੈਣਗੇ, ਲੇਕਿਨ ਲੋਕਾਂ ਦੇ ਦਿਮਾਗ ਵਿੱਚ ਪਾਗਲ ਧਰਮਾਂ ਦਾ ਪੂਰਾ ਰਾਜ ਹੋਵੇਗਾ, ਕੰਟਰੋਲ ਹੋਵੇਗਾ। ਆਪਣੇ ਅਹੰਕਾਰ ਤੇ ਹੱਠੀ ਜਿੱਦੀ ਸੁਭਾਅ ਦੇ ਕਾਰਨ ਉਹ ਲੋਕ ਭਗਵਾਨ ਦੇ ਬਾਰੇ ਵਿੱਚ ਕੁਝ ਨਹੀਂ ਸਿੱਖਣਗੇ। ਉਹਨਾਂ ਨੂੰ ਸਾਡੀ ਮੂਰਖਤਾ ਵਾਲੀ ਐਸ ਇਤਿਹਾਸ ਦੀ ਜਾਣਕਾਰੀ ਹੋਵੇਗੀ ਜਿਹਨੂੰ ਅਸੀਂ ਲੋਕ ਆਪਣੇ ਮਹਾਤਮਾ ਨਾਲ ਬਣਾ ਚੁੱਕੇ ਹਾਂ। ਲੇਕਿਨ ਆਪਣੀ ਜਿੱਦ ਅਤੇ ਅਹੰਕਾਰ ਦੀ ਵਜ੍ਹਾ ਨਾਲ ਉਹਨਾਂ ਨੂੰ ਕੁਝ ਸਮਝ ਨਹੀਂ ਆਵੇਗਾ ਕਿ ਉਹ ਖੁਦ ਕੀ ਕਰ ਰਹੇ ਹਨ। ਹੌਲੀ ਹੌਲੀ ਉਹਨਾਂ ਨੂੰ ਆਪਣੇ ਗ੍ਰਹਿ ਦੇ ਗੋਲ ਆਕਾਰ ਅਤੇ ਹੋਰ ਗ੍ਰਹਿਆਂ ਦੇ ਘੁੰਮਣ ਦਾ ਵੀ ਪਤਾ ਚੱਲ ਜਾਏਗਾ। ਉਹ ਮੋਟਰ ਗੱਡੀ, ਟ੍ਰੇਨ, ਟੈਲੀਫੋਨ, ਹਵਾਈ ਜਹਾਜ਼ ਦੀ ਵੀ ਖੋਜ ਕਰ ਲੈਣਗੇ, ਠੀਕ ਜਿਸ ਤਰ੍ਹਾਂ ਪਿਛਲੇ ਸੈਂਕੜਾਂ ਸਾਲਾਂ ਵਿੱਚ ਅਸੀਂ ਕੀਤੀ ਹੈ। ਜਿਸ ਰਾਹੀਂ ਉਹ ਲੋਕ ਕੰਪਿਊਟਰ ਸਾਇੰਸ ਅਤੇ ਅੰਤਰਿਕਸ਼ ਯਾਤਰਾ ਦੇ ਬਾਰੇ ਵਿੱਚ ਸੋਚਣ ਲੱਗਣਗੇ ਤੇ ਵੈਕੁੰਠ ਲੋਕ ਦੀ ਸਭ ਤੋਂ ਜ਼ਿਆਦਾ ਦਿਵਯ ਪਾਵਨ ਆਤਮਾ ਉਹਨਾਂ ਲੋਕਾਂ ਨੂੰ ਠੀਕ ਰਸਤਾ ਦੱਸਣ ਵਾਸਤੇ ਆਪਣੇ ਦੈਵਿਕ ਸਰੀਰ ਦੀ ਬਲੀ ਦੇਣਗੇ। ਉਹ ਹੈ ਅੰਤਰਿਕਸ਼ ਯਾਨ ਦੁਆਰਾ ਵੈਕੁੰਠ ਤੋਂ ਜਾ ਕੇ ਉਸ ਧਰਤੀ ਤੇ ਉਤਰੇਗੀ, ਮੌਤ ਨੂੰ ਸਵੀਕਾਰੇਗੀ। ਉਹਨਾਂ ਲੋਕਾਂ ਨੂੰ ਸਤਿ ਸਿਖਾਉਣ ਲਈ ਉੱਥੋਂ ਦਾ ਮਨੁੱਖ ਸਰੀਰ ਲਏਗੀ, ਕਿਉਂਕਿ ਉੱਥੇ ਬੇਹੱਦ ਪਾਗਲਪਨ ਫਿਲਾਸਫੀ ਵਾਲੇ ਸੈਂਕੜੋਂ ਤਾਕਤਵਰ ਲੀਡਰ ਹੋਣਗੇ। ਇਸ ਲਈ ਸੱਚੇ ਮਹਾਤਮਾ ਅਵਤਾਰ ਨੂੰ ਕੋਈ ਸਮਝ ਨਹੀਂ ਪਾਵੇਗਾ। ਇਹਦੇ ਵਿਪਰੀਤ ਉਹ ਲੋਕ ਮਹਾਤਮਾ ਨਾਲ ਦੁਸ਼ਮਣੀ ਵਾਲਾ ਵਰਤਾਵ ਕਰਨਗੇ। परंतु जो भी होवे सर्व शक्तिशाली भगवान नई धरती विच जाके दुष्टां दा खात्मा अते अच्छे बंदियां दी रखिया, चंगे बंदियां दी रखिया वाले अपने वचन जरूर निभाणगे। भगवान दी ऐ सेवा हर युग विच चलदी रहेगी। हुण ऐ साडे लोकां दी बारी है कि इस सतमय ब्रह्मांड की तरह ही प्राचीनतम जिन्हों इंसान जाति सदियां तो लभ रही सी साधन भावें कोई भी होवे, ग्रंथ पाठ, अरदास, पूजा, प्रवचन जा विधियां, हर ग्रह मार्ग ग्रह पथ परिवर्तना तो थोड़े ही वक्त पहले
ਇਹੋ ਮਹਾਤਮਾ ਨੇ ਹਾਹਾਕਾਰ ਤੇ ਅਹੰਕਾਰੀ ਲੋਕਾਂ ਵਾਲੇ ਇਸ ਗ੍ਰਹਿ ਪਥ ਵਿੱਚ ਆ ਕੇ ਜਨਮ ਲਿੱਤਾ ਹੈ। ਵੱਖ-ਵੱਖ ਵਕਤ ਤੇ ਮਹਾਤਮਾ ਦਾ ਸਰੀਰ ਰੂਪ ਵੱਖ-ਵੱਖ ਹੋ ਸਕਦਾ ਹੈ, ਪਰ ਇਹ ਦਿਵਯ ਆਤਮਾ ਇੱਕੋ ਹੀ ਹੁੰਦੀ ਹੈ। ਅਸੀਂ ਸਾਡੇ ਵਿੱਚ ਕੋਈ ਉਹਨਾਂ ਨੂੰ ਮਹਾਤਮਾ ਦੇ ਨਾਮ ਨਾਲ ਜਾਣਦੇ ਨੇ ਤੇ ਕੋਈ ਕ੍ਰਾਈਸਟ, ਰਾਮ, ਕ੍ਰਿਸ਼ਨ, ਜੀਸਸ, ਯਹੋਵਾ, ਅੱਲਾਹ, ਬੁੱਧ, ਮਹਾਵੀਰ, ਦੁਰਗਾ, ਕਾਲੀ ਜਾਂ ਸਾਕਾਰ ਅਥਵਾ ਨਿਰਾਕਾਰ ਭਗਵਾਨ ਦੇ ਨਾਮ ਤੋਂ। ਇਹੋ ਭਗਵਾਨ ਹਨ ਜਿਨ੍ਹਾਂ ਦੀ ਪ੍ਰਾਰਥਨਾ ਤੁਸੀਂ ਮੰਦਿਰ, ਚਰਚ, ਸਿਨਾਗਾਗ ਜਾਂ ਗੁਰਦੁਆਰੇ ਵਿੱਚ ਕਰਦੇ ਆਏ ਹੋ। ਅੱਜ ਜੋ ਵੀ ਸਾਡੇ ਕੋਲ ਹੈਗਾ ਇਹ ਉਹਨਾਂ ਦਾ ਹੀ ਦਿੱਤਾ ਹੋਇਆ ਹੈ। ਇੱਥੋਂ ਤੱਕ ਕਿ ਇਹ ਮਨੁੱਖ ਸਰੀਰ ਵੀ ਇਹੋ ਭਗਵਾਨ ਹਨ, ਇਹੋ ਅਵਤਾਰ, ਇਹੋ ਧਰਤੀ ਮਾਂ ਦੇ ਅੰਦਰ ਸੂਰਜ ਭਗਵਾਨ ਸਾਡੇ ਵੈਕੁੰਠ ਦਾ ਦਰਵਾਜ਼ਾ ਹੈ। ਇਸ ਬ੍ਰਹਮਾਂਡ ਦੀ ਸਭ ਤੋਂ ਜ਼ਿਆਦਾ ਪਾਵਨ ਆਤਮਾ ਹੈ, ਜਿਹਦੇ ਦੁਆਰਾ ਸਾਡੀ ਧਰਤੀ ਮਾਂ ਸਾਨੂੰ ਕਹਿ ਰਹੀ ਹੈ, ਮੇਰੇ ਪਿਆਰੇ ਬੱਚਿਓ, ਮੇਰਾ ਇਸ ਗ੍ਰਹਿ ਪਥ ਦਾ ਵੇਲਾ ਹੁਣ ਪੂਰਾ ਹੋ ਚੁੱਕਿਆ ਹੈ। ਮੈਂ ਇੱਕ ਨਵੇਂ ਸ਼ਿਸ਼ੂ ਚੰਦਰਮਾ ਨੂੰ ਜਨਮ ਦੇਵਾਂਗੀ, ਹੋਰ ਉਹਨੂੰ ਮੰਗਲ ਤੇ ਆਉਣ ਵਾਲੀ ਪੀੜ੍ਹੀ ਦੇ ਲੋਕਾਂ ਲਈ ਪ੍ਰਮਾਣ ਦੇ ਵਾਸਤੇ ਇੱਥੇ ਹੀ ਛੱਡ ਕੇ ਚਲੀ ਜਾਵਾਂਗੀ। ਜਦੋਂ ਨਵਾਂ ਅਵਤਾਰ ਉਸ ਨਵੀਂ ਧਰਤੀ ਵਿੱਚ ਜਾਏਗਾ ਜਾਂ ਜਾਏਗੀ ਤੇ ਉਹ ਚੰਨ ਦੇ ਰਹੱਸਿਆਂ ਤੇ ਸ਼ਿਸ਼ੂ ਚੰਨ ਦੇ ਦੁਆਰਾ ਬਣਾਏ ਗਏ ਘੁਮਾਵਦਾਰ ਚੱਕਰਾਂ ਦੁਆਰਾ ਆਪਣੀ ਸੱਚਾਈ ਨੂੰ ਪ੍ਰਮਾਣਿਤ ਕਰੇਗਾ। ਠੀਕ ਜਿਸ ਤਰ੍ਹਾਂ ਤੁਹਾਡੀ ਇਸ ਅਵਤਾਰ ਨੇ ਕੀਤਾ ਹੈ। ਇਨ੍ਹਾਂ ਪ੍ਰਮਾਣਾਂ ਤੋਂ ਹੀ ਉੱਥੋਂ ਦੇ ਲੋਕਾਂ ਨੂੰ ਸੱਚੇ ਭਗਵਾਨ ਦਾ ਪਤਾ ਚੱਲੇਗਾ। ਤੁਸੀਂ ਹੁਣ ਮੇਰੀ ਕੋਖ ਦੇ ਸੋਨੋਗ੍ਰਾਮ ਦੀ ਆਖਰੀ ਫੋਟੋ ਦੇਖ ਲਓ, ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਮੈਂ ਨਵੇਂ ਚੰਦਰਮਾ ਨੂੰ ਜਨਮ ਦੇਣ ਦੀ ਤਿਆਰੀ ਵਿੱਚ ਹਾਂ। ਨਵੇਂ ਚੰਦਰਮਾ ਨੂੰ ਜਨਮ ਦੇਣ ਦੇ ਬਾਅਦ ਮੈਂ ਸੂਰਜ ਦੇ ਹੋਰ ਵੀ ਕੋਲ ਚਲੀ ਜਾਵਾਂਗੀ। ਉਸ ਵੇਲੇ ਦੂਸਰੀ ਦੁਨੀਆ ਦੇ ਖਤਰਨਾਕ ਬੰਦੀਆਂ ਤੋਂ ਸਾਵਧਾਨ ਰਹਿਣਾ। ਉਹ ਤੁਹਾਨੂੰ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰਨਗੇ, ਲੇਕਿਨ ਤੁਸੀਂ ਮੈਨੂੰ ਛੱਡਣਾ ਨਹੀਂ, ਕਿਉਂਕਿ ਵੈਕੁੰਠ ਵਿੱਚ ਮੈਂ ਤੁਹਾਨੂੰ ਇੱਕ ਅਤੀ ਖੂਬਸੂਰਤ ਸਰੀਰ ਦੇਵਾਂਗੀ, ਜਿੱਥੇ ਤੁਹਾਡੇ ਕੋਲ ਇਸ ਬ੍ਰਹਮਾਂਡ ਦੀ ਸਭ ਤੋਂ ਉੱਤਮ ਚੀਜ਼ਾਂ ਹੋਣਗੀਆਂ। ਦੁਨੀਆ ਦੇ ਸਾਰੇ ਧਰਮਾਂ ਦੇ ਲੋਕ ਸੈਂਕੜਾਂ ਸਾਲਾਂ ਤੋਂ ਸਰਬਸ਼ਕਤੀਮਾਨ ਪ੍ਰਭੂ ਤੋਂ ਉਹਨਾਂ ਦੇ ਆਣ ਤੇ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਵਾਸਤੇ ਪ੍ਰਾਰਥਨਾ ਕਰਦੇ ਰਹੇ, ਪਰੰਤੂ ਜਦੋਂ ਅਸਲੀ ਵੇਲਾ ਆਇਆ, ਨਾਲ ਮਦਦ ਕਰਨ ਵਾਸਤੇ ਮਹਾਤਮਾ ਆਏ, ਤਾਂ ਇਸ ਦੁਨੀਆ ਦੇ ਮੂਰਖ ਲੀਡਰਾਂ ਨੇ ਉਹਨਾਂ ਦੇ ਨਾਲ ਬੜਾ ਹੀ ਬੁਰਾ ਵਰਤਾਵ ਕਰ ਦਿੱਤਾ। ਆਉਣ ਵਾਲੀ ਪੀੜ੍ਹੀ ਇਸ ਮੂਰਖ ਕੁਕਰਨੀ ਲਈ ਸਾਡੀ ਪੀੜ੍ਹੀ ਨੂੰ ਬਹੁਤ ਲਾਨਤਾਂ ਦੇਵੇਗੀ। ਉਹ ਸਾਡੇ ਇਹਨਾਂ ਸਾਰੇ ਬ੍ਰੇਨ ਵਾਸ਼ਿੰਗ ਗ੍ਰੰਥਾਂ, ਨਕਲੀ ਭਗਵਾਨਾਂ, ਪੈਸਾ ਕਮਾਊ ਗੁਰੂਆਂ ਤੇ ਸਵਾਰਥੀ ਲੀਡਰਾਂ ਨੂੰ ਬਹੁਤ ਧਿਕਾਰੇਗੀ। ਲੇਕਿਨ ਤੁਹਾਡੇ ਕੋਲ ਹਜੇ ਵੀ ਇਤਿਹਾਸ ਬਦਲਣ ਦਾ ਵੇਲਾ ਹੈਗਾ। ਵਰਤਮਾਨ ਸਮੇਂ ਵਿੱਚ ਅੰਧੇ ਲੀਡਰ ਤੇ ਉਹਨਾਂ ਦੇ ਅਨੁਯਾਈ ਇਸ ਦੁਨੀਆ ਵਿੱਚ ਰਾਜ ਕਰ ਰਹੇ ਹਨ। ਠੀਕ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ, ਜੀਸਸ ਆਦਿ ਦੇ ਵੇਲੇ ਸੀ, ਠੀਕ ਇਸੀ ਵੇਲੇ ਤੇ ਕੁਦਰਤ ਮਾਂ ਵੀ ਭਗਵਾਨ ਦੇ ਆਣ ਤੇ ਪਰਿਵਰਤਨ ਦੇ ਸਾਰੇ ਪ੍ਰਮਾਣ ਦੇ ਰਹੀ ਹੈ। ਤੁਹਾਡੇ ਵਿੱਚੋਂ ਕੋਈ ਲੋਕ ਇਹ ਸਵਾਲ ਕਰ ਸਕਦੇ ਨੇ ਕਿ ਮਹਾਤਮਾ ਨੇ ਤੁਹਾਡੇ ਦੇਸ਼ ਜਾਂ ਧਰਮ ਵਿੱਚ ਜਨਮ ਕਿਉਂ ਨਹੀਂ ਲਿੱਤਾ? ਉੱਤਰ ਇਹ ਹੈ
कि ਇਹ ਤੇ ਸਰਬ ਸ਼ਕਤੀਸ਼ਾਲੀ ਬ੍ਰਹਮਾਂਡ ਦਾ ਫੈਸਲਾ ਹੈ। ਮੇਰਾ ਤੇ ਇਸ ਦੁਨੀਆ ਦੇ ਅਮੀਰਾਂ ਤੇ ਗਰੀਬਾਂ ਵਾਸਤੇ ਇੱਕੋ ਹੀ ਸੰਦੇਸ਼ ਹੈਗਾ, ਇਹ ਵੇਲਾ ਵੀ ਨਹੀਂ ਰਹੇਗਾ। ਤੁਸੀਂ ਹਮੇਸ਼ਾ ਦੇ ਵਾਸਤੇ ਇਹੋ ਜਿਹੇ ਨਹੀਂ ਰਹੋਗੇ, ਪਰੰਤु ਹੁਣ ਤੁਹਾਡੇ ਕੋਲ ਆਪਣੇ ਭਵਿੱਖ ਨੂੰ ਬਦਲਣ ਦਾ ਵੇਲਾ ਹੈ। ਜੇ ਮਾਂ ਤਬਦੀਲੀ ਤੋਂ ਪਹਿਲਾਂ ਹੀ ਤੁਸੀਂ ਕੂੜ ਨੂੰ ਤਿਆਗ ਦਿਓ, ਸੱਚ ਨੂੰ ਸਵੀਕਾਰ ਲਓ ਅਤੇ ਨਾਲ ਕੁਝ ਦਿਵਯ ਕਰਮ ਕਮਾ ਲਓ ਤੇ ਤੁਹਾਨੂੰ ਜਨਮ ਲੈਣ ਦੇ ਉਦੇਸ਼ ਦੀ ਪ੍ਰਾਪਤੀ, ਜਿਹਨੂੰ ਮੁਕਤੀ, ਵੈਕੁੰਠ, ਨਿਰਵਾਣ, ਸੈਲਵੇਸ਼ਨ ਆਦਿ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੀ ਪ੍ਰਾਪਤੀ ਹੋ ਸਕਦੀ ਹੈ। ਪਰ ਜੇ ਤੁਸੀਂ ਅਗਿਆਨੀ ਪੰਥਾਂ ਤੇ ਚੱਲਦੇ ਰਹੇ ਜਾਂ ਪਾਪ ਕਰਮ ਕਰਦੇ ਰਹੇ ਤੇ ਤੁਹਾਡੀ ਆਤਮਾ ਤੁਹਾਨੂੰ ਅਗਿਆਨ ਤੇ ਪਾਗਲਪਨ ਤੋਂ ਭਰੀ ਹੋਈ ਡਰਾਵਣੀ ਦੁਨੀਆ ਵਿੱਚ ਲੈ ਜਾਵੇਗੀ। ਅਨੇਕਾਂ ਪਾਪ ਕਰਮ ਕਰਨ ਵਾਲੇ, ਜਿਨ੍ਹਾਂ ਦੇ ਪਾਪ ਕਾਰਨ ਧਰਤੀ ਮਾਂ ਦੇ ਅਣਗਿਣਤ ਬੱਚਿਆਂ ਨੂੰ ਭੁੱਖਮਰੀ, ਕਸ਼ਟਾਂ ਜਾਂ ਮੌਤ ਦੇ ਮੂੰਹ ਵਿੱਚ ਜਾਣਾ ਪਿਆ, ਉਹ ਹਮੇਸ਼ਾ ਹਮੇਸ਼ਾ ਲਈ ਨਰਕ ਵਿੱਚ ਖਤਮ ਹੋ ਜਾਣਗੇ, ਕਿਉਂਕਿ ਭਗਵਾਨ ਤੇ ਭਗਵਾਨ ਦਾ ਨਿਆਂ ਦੋਨੋਂ ਹੀ ਸੱਚ ਹਨ। ਮਾਂ ਪਰਿਵਰਤਨ ਛੇਤੀ ਹੋਵੇਗਾ। ਬੁੱਧੀਮਾਨ ਤੇ ਸਮਝਦਾਰ ਬਣੋ, ਇੱਕ ਆਦਰਸ਼ ਮਨੁੱਖ ਬਣੋ ਤੇ ਇਸ ਧਰਤੀ ਮਾਂ ਦਾ ਆਸ਼ੀਰਵਾਦ ਲਓ। ਜੇ ਤੁਸੀਂ ਅੱਛੇ ਕਰਮ ਕਰੋਗੇ ਤੇ ਤੁਹਾਡੇ ਸਾਰੇ ਕਸ਼ਟ ਦੂਰ ਹੋ ਜਾਣਗੇ। ਇਹ ਆਤਮਾ ਨੂੰ ਆਸ਼ੀਰਵਾਦ ਦਿਵਾਉਣ ਦਾ ਵੇਲਾ ਹੈ। ਤੁਹਾਡਾ ਭਵਿੱਖ ਤੁਹਾਡੇ ਆਪਣੇ ਹੱਥ ਵਿੱਚ ਹੈ। ਆਪ ਜੀ ਨੂੰ ਮੇਰੀ ਵੀ ਇਹ ਵਿਨમ્ਰ ਪ੍ਰਾਰਥਨਾ ਹੈ ਕਿ ਕਿਰਪਾ ਕਰਕੇ ਇੱਕ ਸਮਝਦਾਰੀ ਵਾਲਾ ਨਿਰਣੈ ਲਓ ਤੇ ਸਹੀ ਕੰਮ ਕਰੋ। ਭਗਵਾਨ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ। ਭਗਵਾਨ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ। ਓਮ।